ਸਤਿ ਸ਼੍ਰੀ ਅਕਾਲ ਜੀ। ਮੈਂ ਸ਼ਮਿੰਦਰ ਸਿੰਘ ਪ੍ਰੋਗਰਾਮ ਸਾਡਾ ਕਾਨੂੰਨ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ। ਜਿਵੇਂ ਕਿ ਤੁਹਾਨੂੰ ਪਤਾ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਡੇ ਲਾਅ ਹੈ ਜਿਹੜੇ ਉਹਦੇ ਬਾਰੇ, ਸਾਡੇ ਕਾਨੂੰਨ ਬਾਰੇ ਜਿਹੜੀ ਗੱਲਬਾਤ ਕਰਦੇ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਕੁਝ ਸਵਾਲ ਸਾਡੇ ਹੁੰਦੇ ਨੇ ਜਿਨ੍ਹਾਂ ਦੇ ਜਵਾਬਾਂ ਦੀ ਤਾਂਘ ਸਾਡੇ ਵਿੱਚ ਹੁੰਦੀ ਹੈ, ਤਾਂ ਉਸ ਤਾਂਘ ਦੇ ਤਹਿਤ ਹੀ ਅਸੀਂ ਸਾਡੇ ਸਟੂਡੀਓ ਦੇ ਵਿੱਚ ਬੁਲਾਉਂਦੇ ਹਾਂ ਇੱਕ ਐਡਵੋਕੇਟ ਸਾਹਿਬ ਜਿਹੜੇ ਸਾਨੂੰ ਲਾਅ ਬਾਰੇ ਜਾਣਕਾਰੀ ਦਿੰਦੇ ਨੇ। ਅੱਜ ਅਸੀਂ ਸਾਈਬਰ ਡੈਫਾਮੇਸ਼ਨ ਬਾਰੇ ਗੱਲਬਾਤ ਕਰਾਂਗੇ। ਇਹਦੀ ਜਾਣਕਾਰੀ ਸਾਨੂੰ ਦੇਣਗੇ ਸਾਡੇ ਸਟੂਡੀਓ ਵਿੱਚ ਆਏ ਹੋਏ ਐਡਵੋਕੇਟ ਅਮਿਤ ਅਨੇਜਾ ਜੀ। ਅਮਿਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸੀਸੀਐਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਜੀ। ਅਨੇਜਾ ਸਾਹਿਬ, ਜਿਹੜੀ ਗੱਲ ਹੈ ਕਿ ਅੱਜ ਕੱਲ੍ਹ ਦੇਖੋ ਇੰਟਰਨੈਟ ਦਾ ਬੜਾ ਹਰ ਪਾਸੇ ਇੰਟਰਨੈਟ ਹੀ ਹੈ। ਬਿਲਕੁਲ। ਸਾਈਬਰ ਕ੍ਰਾਈਮ ਇਹ ਇੰਟਰਨੈਟ ਦੇ ਨਾਲ ਚੱਲਦਾ ਹੀ ਹੈ। ਪਰ ਕੀ ਹੁੰਦਾ ਵੀ ਬਹੁਤ ਕੁਛ ਬੜੇ ਲੋਕਾਂ ਦੇ ਕਮੈਂਟ ਜਿਹੜੇ ਨੇ ਇੰਟਰਨੈਟ ਦੇ ਉੱਤੇ ਬੜੇ ਮਾੜੇ ਆ ਜਾਂਦੇ ਨੇ। ਕਦੀ ਕੋਈ ਬੰਦਾ ਕਿਸੇ ਦੇ ਅਗੇਂਸਟ ਕਰਦਾ, ਕੋਈ ਕਿਸੇ ਦੇ ਅਗੇਂਸਟ ਕਰਦਾ, ਕਿਸੇ ਦੀ ਮਾਣ ਹਾਨੀ ਹੋ ਜਾਂਦੀ ਹੈ ਨਾ। ਕਈ ਵਾਰੀ ਜੈਲਸੀ ਹੁੰਦੀ ਹੈ, ਫਿਰ ਵੀ ਬੰਦਾ ਐਵੇਂ ਜਦੋਂ ਕਿ ਉਹ ਗੱਲ ਨਹੀਂ ਹੋਈ ਹੁੰਦੀ ਪਰ ਲੋਕ ਜਿਹੜੇ ਮਾੜੇ ਕਮੈਂਟ ਕਰ ਦਿੰਦੇ ਜਿਹਦੇ ਨਾਲ ਬੰਦਾ ਹਤਾਸ਼ ਹੋ ਜਾਂਦਾ, ਜਿਵੇਂ ਹੁੰਦਾ ਯਾਰ ਮੇਰੀ ਮਾਰਕੀਟ ਦੇ ਵਿੱਚ ਜਿਹੜੀ ਨਾ ਬੜੀ ਬਦਨਾਮੀ ਹੋਈ, ਮੈਨੂੰ ਬੜਾ ਭੈੜਾ ਲੱਗਿਆ। ਤੇ ਸਾਈਬਰ ਡੈਫਾਮੇਸ਼ਨ ਹੈ ਕੀ? ਦੇਖੋ ਜੀ, ਸਾਈਬਰ ਡੈਫਾਮੇਸ਼ਨ ਹੈ ਜੋ ਕੋਈ ਵੀ ਬੰਦਾ ਡਿਜੀਟਲ ਪਲੇਟਫਾਰਮ ਮਤਲਬ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਇਸ ਤੇ ਕੋਈ ਵੀ ਕਿਸੇ ਬਾਰੇ ਕੋਈ ਵੀ ਕਮੈਂਟ ਕਰਦਾ ਹੈ ਤਾਂ ਉਹ ਸਾਈਬਰ ਡੈਫਾਮੇਸ਼ਨ ਦੇ ਵਿੱਚ ਆਉਂਦਾ ਹੈ ਜੀ। ਸਾਈਬਰ ਡੈਫਾਮੇਸ਼ਨ ਦੀ ਗੱਲ ਕਰਨ ਤੋਂ ਪਹਿਲੇ ਆਪਾਂ ਨੂੰ ਡੈਫਾਮੇਸ਼ਨ ਬਾਰੇ ਦੇਖਣਾ ਪਏਗਾ, ਜਿਸ ਦੀ ਡੈਫੀਨੇਸ਼ਨ 499 ਸੈਕਸ਼ਨ ਦੇ ਵਿੱਚ ਹੈ। ਠੀਕ ਹੈ ਜੀ। ਉਹ ਕੀ ਹੈ? ਕੋਈ ਵੀ ਬੰਦਾ ਡੈਲੀਬਰੇਟਲੀ ਤੇ ਨੋਇੰਗਲੀ ਇਹ ਜਾਣਦਾ ਹੋਇਆ ਕਿ ਕਿਸੇ ਪਰਸਨ ਦੀ ਇਮੇਜ ਟਾਰਨਿਸ਼ ਕਰ ਰਿਹਾ ਮੈਂ, ਤਾਂ ਉਸ ਤੇ ਡੈਫਾਮੇਸ਼ਨ ਲੱਗਦੀ ਹੈ। ਹੁਣ ਆਪਾਂ ਸਾਈਬਰ ਡੈਫਾਮੇਸ਼ਨ ਦੀ ਗੱਲ ਕਰਾਂਗੇ ਜੀ, ਤਾਂ ਉਹ ਡਿਜੀਟਲ ਪਲੇਟਫਾਰਮ ਤੇ ਹੋਏਗੀ। ਹੁਣ ਅੱਗੇ ਇੱਕ ਸਵਾਲ ਆਏਗਾ ਕਿ ਵੀ ਇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਬਿਲਕੁਲ, ਮੈਂ ਤੁਹਾਨੂੰ ਪੁੱਛਣਾ ਹੀ ਇਹ ਚਾਹੁੰਦਾ ਸੀਗਾ ਕਿ ਦੇਖੋ ਇਹਦੇ ਵੀ ਬੜੇ ਪ੍ਰਕਾਰ ਹੁੰਦੇ ਹੋਣਗੇ ਵੀ ਕਿੰਨੇ ਪ੍ਰਕਾਰ ਦਾ ਇਹ ਸਾਈਬਰ ਡੈਫਾਮੇਸ਼ਨ ਹੁੰਦਾ ਹੈਗਾ। ਦੇਖੋ, ਜਿਹੜੀ ਸਾਈਬਰ ਡੈਫਾਮੇਸ਼ਨ ਹੈ ਇਹ ਦੋ ਤਰ੍ਹਾਂ ਦੀ ਹੈ। ਠੀਕ ਹੈ। ਇੱਕ ਲਾਈਬਲ ਜੋ ਕਿ ਲਿਖਤੀ ਰੂਪ ਦੇ ਵਿੱਚ, ਇੱਕ ਸਲੈਂਡਰ। ਜੋ ਸਲੈਂਡਰ ਦੀ ਗੱਲ ਕਰ ਇਹ ਓਰਲੀ ਹੈ। ਪਰ ਜਦੋਂ ਆਪਾਂ ਸਾਈਬਰ ਡੈਫਾਮੇਸ਼ਨ ਦੀ ਗੱਲ ਕਰਾਂਗੇ ਤਾਂ ਜੋ ਉੱਥੇ ਕੋਈ ਵੀ ਪਰਸਨ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਕਿਸੇ ਤੇ ਵੀ ਕੋਈ ਕਮੈਂਟ ਕਰਦਾ ਹੈ ਜੀ ਜੀ, ਜੋ ਕਿਸੇ ਦੀ ਪਰਸਨ ਦੀ ਇਮੇਜ ਨੂੰ ਟਾਰਨਿਸ਼ ਕਰਦਾ ਹੋਏ ਤਾਂ ਉਸ ਨੂੰ ਡਿਫੇਮ ਕਰਦਾ ਹੋਏ ਤਾਂ ਉਸ ਨੂੰ ਸਾਈਬਰ ਡੈਫਾਮੇਸ਼ਨ ਦੇ ਮਤਲਬ ਅੰਡਰ ਆਏਗਾ ਉਹ। ਬਿਲਕੁਲ। ਦੇਖੋ, ਇਹੀ ਹੁੰਦਾ ਕਿ ਕਈ ਵਾਰੀ ਜਦੋਂ ਕਿਸੇ ਬੰਦੇ ਨੇ ਕੋਈ ਪੋਸਟ ਪਾਈ ਹੈ, ਪੋਸਟ ਧਾਰਮਿਕ ਹੈ, ਪਰ ਬੜਾ ਅਸੀਂ ਦੇਖਦੇ ਹੁੰਦੇ ਕਈ ਕੇਸਾਂ ਦੇ ਵਿੱਚ ਇੱਦਾਂ ਹੁੰਦਾ ਹੈ ਵੀ ਉਹਦਾ ਅਪਮਾਨ ਕਰ ਰਿਹਾ, ਸ਼ਬਦਾਂ ਦੇ ਵਿੱਚ ਅਪਮਾਨ ਕਰ ਰਿਹਾ, ਅਤੇ ਫਿਰ ਉਹਦੇ 'ਤੇ ਕਮੈਂਟਬਾਜ਼ੀ ਜਿਹੜੀ ਹੈ ਉਹ ਚੱਲ ਪਾਉਂਦੀ ਬੜੇ ਲੋਕਾਂ ਦੇ ਵਿੱਚ, ਅਤੇ ਉਹ ਵੀ ਕੀ ਇਹ ਸਾਈਬਰ ਡੈਫਾਮੇਸ਼ਨ 'ਚ ਸਾਰਾ ਕੁਛ? ਬਿਲਕੁਲ ਜੀ। ਮੈਂ ਆਪਣੇ ਸਾਰੇ ਵਿਊਵਰਸ ਨੂੰ ਇਹ ਕਹਿਣਾ ਚਾਹੂੰਗਾ ਆਪਣੇ ਵੱਲੋਂ ਕਿ ਕੋਈ ਵੀ ਤੁਸੀਂ ਇਸ ਤਰ੍ਹਾਂ ਨਹੀਂ ਹੈ ਕਿ ਜੋ ਤੁਸੀਂ ਸੋਚਦੇ ਹੋ ਉਹੀ ਲਾਈਕ ਕਰੋ, ਉਹਨੂੰ ਸ਼ੇਅਰ ਕਰਤਾ, ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ। ਤੁਸੀਂ ਜੋ ਵੀ ਕੋਈ ਕਮੈਂਟ ਕਰ ਰਹੇ ਹੋ, ਜੋ ਵੀ ਕਿਸੇ ਚੀਜ਼ ਨੂੰ ਸ਼ੇਅਰ ਕਰ ਰਹੇ ਹੋ ਜੀ, ਕਿਸੇ ਵੀ ਚੀਜ਼ ਤੇ ਕਮੈਂਟ ਲਾਈਕ ਕਰ ਰਹੇ ਹੋ ਜਾਂ ਡਿਸਲਾਈਕ ਕਰ ਰਹੇ ਹੋ, ਤੇ ਉਹਦੇ ਵਿੱਚ ਤੁਹਾਨੂੰ ਬਹੁਤ ਸੋਚਣ ਦੀ ਲੋੜ ਹੈ ਅੱਜ ਕੱਲ੍ਹ ਦੇ ਯੂਥ ਨੂੰ। ਇਹ ਨਹੀਂ ਹੈ ਕਿ ਤੁਸੀਂ ਜੋ ਵੀ ਲਾਈਕ ਕੀਤਾ ਤੇ ਜੋ ਤੁਹਾਡਾ ਮਨ ਕੀਤਾ ਤੁਸੀਂ ਉਹ ਕਰ ਲਿਆ। ਠੀਕ ਹੈ, ਆਰਟੀਕਲ 19 ਦੇ ਵਿੱਚ ਕਿ ਆਪਾਂ ਨੂੰ ਆਜ਼ਾਦੀ ਹੈ ਜੋ ਵੀ ਬੋਲਣ ਦੀ, ਪਰ ਹਰੇਕ ਚੀਜ਼ ਦੀ ਇੱਕ ਲਕਸ਼ਮਣ ਰੇਖਾ ਹੈ, ਅਸੀਂ ਉਸ ਨੂੰ ਕਦੇ ਵੀ ਨਹੀਂ ਤੋੜਨਾ ਹੈਗਾ। ਤਾਂ ਤੁਸੀਂ ਜੋ ਵੀ ਲਾਈਕ ਕਰ ਰਹੇ ਹੋ, ਸ਼ੇਅਰ ਕਰ ਰਹੇ ਹੋ, ਤਾਂ ਉਸ ਦੇ ਬਾਰੇ ਤੁਸੀਂ ਬਹੁਤ ਸੋਚ ਕੇ ਕਰਨਾ ਪੈਂਦਾ ਹੈ, ਬਹੁਤ ਸੋਚ ਕੇ ਕਰਨਾ ਚਾਹੀਦਾ ਹੈ। ਮੈਂ ਤਾਂ ਆਪਣੇ ਸਾਰੇ ਵਿਊਵਰਸ ਨੂੰ ਇਹੀ ਕਹੂੰਗਾ ਕਿ ਬਹੁਤ ਜ਼ਿਆਦਾ ਸੋਚ ਕੇ ਲਾਈਕ ਔਰ ਸ਼ੇਅਰ ਕਰਨਾ ਚਾਹੀਦਾ ਹੈ, ਜਿਸ ਨਾਲ ਕਿਸੇ ਦੀ ਵੀ ਪਰਸਨ ਦੀ ਡਿਫੇਮ ਨਾ ਹੋਵੇ ਕੋਈ ਵੀ। ਬਿਲਕੁਲ। ਇੱਕ ਇਹ ਵੀ ਗੱਲ ਠੀਕ ਹੈ ਤੁਹਾਡੀ, ਪਰ ਅੱਜ ਕੱਲ੍ਹ ਕੀ ਹੈ, ਚਲੋ ਕਮੈਂਟ ਹੋ ਗਿਆ, ਪਰ ਉਹ ਕਈ ਵਾਰੀ ਕੀ ਹੁੰਦਾ ਇਮੋਜੀਜ਼ ਇੱਦਾਂ ਦੇ ਆ ਗਏ ਹੈ ਨਾ, ਕਿਸੇ ਨੇ ਕੋਈ ਮੂੰਹ ਬਣਾਇਆ, ਕੋਈ ਤਾੜੀਆਂ ਮਾਰ ਰਿਹਾ, ਕੋਈ ਜੀਭ ਕੱਢ ਰਿਹਾ, ਇਹ ਇੱਦਾਂ ਦੇ ਇਮੋਜੀਜ਼ ਜਦੋਂ ਆ ਜਾਂਦੇ ਨੇ, ਜਦੋਂ ਉਹ ਸਪੋਜ਼ ਕਰੋ ਬੰਦੇ ਨੇ ਕੋਈ ਮਾੜਾ ਕਮੈਂਟ ਤਾਂ ਨਹੀਂ ਪਾਇਆ ਪਰ ਇਹੋ ਜਿਹੇ ਇਮੋਜੀਜ਼ ਭੇਜਤੇ, ਕੀ ਉਹ ਵੀ ਫਿਰ ਇਸੇ 'ਚ ਹੀ ਆਉਂਦੇ ਨੇ ਜੀ ਸਾਈਬਰ? ਬਿਲਕੁਲ, ਇਹ ਗੱਲ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਹੈਗਾ। ਤੇ ਜੋ ਇਮੋਜੀਜ਼ ਔਰ ਕੋਮਿਕਸ ਜੋ ਐਡ ਹੈਗੀਆਂ ਉਹ ਵੀ ਇਹਦੇ ਵਿੱਚ ਫਾਲ ਕਰਦੀਆਂ। ਦੇਖੋ, ਇਹ ਡਿਪੈਂਡ ਕਰਦਾ ਕਿ ਸਾਹਮਣੇ ਵਾਲਾ ਪਰਸਨ ਦੀ ਕੀ ਪ੍ਰਤੀਕਿਰਿਆ ਹੈਗੀ। ਜਦੋਂ ਕੋਈ ਬੰਦੇ ਨੂੰ ਲੱਗਦਾ ਹੈ ਕਿ ਸਪੋਜ਼ ਏ ਨੇ ਬੀ ਬਾਰੇ ਕੋਈ ਕਮੈਂਟ ਕਰਤਾ ਜੀ, ਠੀਕ ਹੈ ਜੀ, ਤਾਂ ਸੀ ਨੇ ਕਿਹਾ ਯਾਰ ਤੇਰੇ ਬਾਰੇ ਉੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਤਾਂ ਜਦੋਂ ਉਹਨੂੰ ਕੋਈ ਥਰਡ ਪਰਸਨ ਇੰਡੋਰਸ ਕਰਦਾ ਹੈ ਕਿ ਯਾਰ ਮੈਨੂੰ ਮਹਿਸੂਸ ਹੋਇਆ ਕਿ ਤੇਰੀ ਇਹ ਹੋ ਗਈ, ਬੇਇੱਜ਼ਤੀ ਹੋ ਗਈ ਇਹਦੇ 'ਚ, ਤਾਂ ਇਹ ਉਹਦੇ 'ਚ ਫਾਲ ਕਰਦਾ ਹੈ। ਇਹ ਦੇਖੋ ਗੱਲ ਇਹੀ ਹੈ। ਹੁਣ ਮੰਨ ਲਓ ਵੀ ਕਿਸੇ ਬੰਦੇ ਨੂੰ ਲੱਗਿਆ ਵੀ ਮੇਰੀ ਯਾਰ ਇੱਥੇ ਬੇਇੱਜ਼ਤੀ ਹੋ ਗਈ, ਹੁਣ ਉਹਦੇ ਬੱਚੇ ਨੂੰ
ਇਹ ਹੋ ਸਕਦਾ ਕਿ ਉਹ ਕੇਸ ਕਰ ਸਕਦਾ, ਬੱਚਾ ਕਰ ਸਕਦਾ ਹੈ, ਵਾਈਫ ਕਰ ਸਕਦੀ ਹੈ, ਜਾਂ ਬੱਚੇ ਦਾ ਕਿਸੇ ਨੇ ਕਰਤਾ, ਫਾਦਰ ਕਰ ਸਕਦਾ ਹੈ, ਵੀ ਉਹ ਡੈਫਾਮੇਸ਼ਨ ਦਾ ਜਿਹੜਾ ਕੇਸ ਪਾਣਾ ਉਹ ਕੌਣ ਪਾ ਸਕਦਾ? ਸਪੋਜ਼ ਜਿਹਦੇ ਨਾਲ ਹੋਈ ਉਹ ਪਾਏਗਾ, ਜਾਂ ਉਹਨਾਂ ਦੇ ਫੈਮਿਲੀ ਦੇ ਮੈਂਬਰ ਚੋਂ, ਜਾਂ ਕੋਈ ਦੋਸਤ ਹੈ, ਕੌਣ ਪਾ ਸਕਦਾ? ਸੈਕਸ਼ਨ 199 ਹੈ ਜੀ ਜੋ ਇਸ ਗੱਲ ਨੂੰ ਕਲੀਅਰ ਕਰਦਾ ਹੈ ਜੀ। ਕਿ ਐਗਰੀਵਡ ਪਰਸਨ, ਜਿਸ ਬੰਦੇ ਦੀ ਡੈਫਾਮੇਸ਼ਨ ਹੋਈ ਹੈ ਸਿਰਫ ਉਹੀ ਉਹ ਕੇਸ ਪਾ ਸਕਦਾ ਹੈ। ਅਸੀਂ ਕਈ ਵਾਰ ਦੇਖਦੇ ਹਾਂ ਕਿਸੇ ਪੋਲੀਟੀਕਲ ਪਰਸਨ ਦੇ ਬਾਰੇ ਕੋਈ ਲੋਕ ਕਮੈਂਟ ਕਰਦੇ ਹੈਗੇ ਤਾਂ ਉਹਨਾਂ ਦੀ ਪਾਰਟੀ ਦੇ ਪਰਸਨ ਭਾਵੁਕ ਹੋ ਕੇ ਪਾ ਦਿੰਦੇ ਹੈਗੇ ਕੰਪਲੇਂਟ ਡੈਫਾਮੇਸ਼ਨ ਦੀ, ਤਾਂ ਉਹ ਫਾਈਲ ਨਹੀਂ ਕਰਦੀ ਹੈਗੀ। ਜਿਸ ਪਰਸਨ ਦੀ ਡੈਫਾਮੇਸ਼ਨ ਹੋਈ ਹੈ ਸਿਰਫ ਉਹੀ ਕੰਪਲੇਂਟ ਫਾਈਲ ਕਰ ਸਕਦਾ ਹੈਗਾ। ਓਕੇ, ਮਤਲਬ ਕੋਈ ਹੋਰ ਨਹੀਂ ਕਰ ਸਕਦਾ? ਕੋਈ ਹੋਰ ਨਹੀਂ ਕਰ ਸਕਦਾ, ਕੋਈ ਇਸ ਤੇ ਪਾਵਰ ਆਫ ਅਟਾਰਨੀ ਨਹੀਂ ਚੱਲ ਸਕਦੀ, ਕੁਝ ਨਹੀਂ ਹੋ ਸਕਦਾ ਹੈਗਾ। ਜਿਸ ਪਰਸਨ ਦੀ ਡੈਫਾਮੇਸ਼ਨ ਹੋਈ ਹੈ ਉਹੀ ਕੇਸ ਫਾਈਲ ਕਰ ਸਕਦਾ ਹੈ। ਅੱਛਾ, ਉਹ ਜਿਵੇਂ ਸਪੋਜ਼ ਕਰੋ ਕੋਈ ਵੀ ਬੰਦਾ ਜਿਹੜਾ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਕੋਈ ਬਠਿੰਡੇ ਰਹਿੰਦਾ, ਉਹਨੂੰ ਜਿਹੜਾ ਉਹਦਾ ਕਮੈਂਟ ਪਾਇਆ ਬਠਿੰਡੇ, ਉਹਨੇ ਜਿਹੜਾ ਕਮੈਂਟ ਪਾਇਆ ਉਹ ਪਾਇਆ ਫਰੀਦਕੋਟ, ਬਿਲਕੁਲ। ਹੁਣ ਉਹ ਕੇਸ ਆਪਣੇ ਬਠਿੰਡੇ 'ਚ ਹੀ ਕਰੇਗਾ, ਬਠਿੰਡੇ ਦੀ ਕੋਰਟ 'ਚ ਹੀ ਕਰੇਗਾ ਨਾ ਆਫਿਸ, ਬਿਲਕੁਲ ਇਹੀ ਹੋਏਗਾ। ਬਿਲਕੁਲ ਠੀਕ ਹੈ, ਤੁਹਾਡਾ ਇਹ ਵੀ ਸਵਾਲ ਕਾਫੀ ਅੱਛਾ ਹੈ। ਟੈਰੀਟੋਰੀਅਲ ਜੁਰਿਸਡਿਕਸ਼ਨ ਹੈ ਜੋ ਕਿ ਸੈਕਸ਼ਨ 177 ਡੀਲ ਕਰਦਾ ਹੈ ਜੀ। ਇਹਦੇ 'ਚ ਇਹ ਹੈਗਾ ਕਿ ਦੇਖੋ ਤੁਸੀਂ ਕੋਈ ਵੀ ਟਵਿੱਟਰ ਤੇ ਅੱਜ ਪੋਸਟ ਕਰਤਾ ਕੁਝ ਜੀ, ਉਹਨੂੰ ਫੈਲਦੇ ਵਿਦਿਨ ਸੈਕਿੰਡਸ ਲੱਗਦੇ ਆ, ਪੂਰੇ ਵਰਲਡ ਦੇ ਵਿੱਚ ਉਹ ਟਵੀਟਸ ਫੈਲ ਜਾਂਦੇ। ਬਿਲਕੁਲ। ਤੁਸੀਂ ਇਹ ਦੇਖਦੇ ਹੋਗੇ ਕਿ ਬੜੇ ਸੈਲੀਬ੍ਰਿਟੀ ਹੈ, ਉਹਨਾਂ ਨੂੰ 5-5000 ਲੋਕ ਰੀਟਵੀਟ ਕਰਦੇ ਹੈਗੇ। ਬਿਲਕੁਲ ਠੀਕ ਹੈ ਜੀ। ਤਾਂ ਫਿਰ ਜੋ ਹੈ, ਹੁਣ ਆਪਾਂ ਇਸ ਤਾਂ ਚੁਣ ਤਾਂ ਨਹੀਂ ਸਕਦੇ ਵਿੱਚੋਂ ਕਿ ਕਿਸ ਤੇ ਕਰਨਾ ਹੈ ਜਾਂ ਜੋ ਵੀ ਹੈ, ਪਰ ਜੋ ਪਰਸਨ ਜਿੱਥੇ ਫੀਲ ਕਰਦਾ ਕਿ ਡਿਫੇਮ ਹੋਇਆ ਹੈ ਉਹ ਉੱਥੇ ਕੇਸ ਕਰ ਸਕਦਾ ਹੈ। ਹਾਂ, ਇਹ ਵੀ ਇੱਕ ਹੋਰ ਗੱਲ ਮੇਰੇ ਦਿਮਾਗ 'ਚ ਆਈ ਹੈ ਵੀ ਮੰਨ ਲਓ ਕਿਸੇ ਬੰਦੇ ਨੇ ਕਮੈਂਟ ਮਾੜਾ ਪਾਤਾ, ਉਹ ਤੋਂ ਬਾਅਦ ਕਿਸੇ ਨੇ ਕਿਹਾ ਵੀ ਤੈਨੂੰ ਇਹ ਕਰਨਾ ਨਹੀਂ ਸੀ ਚਾਹੀਦਾ, ਉਹ ਬੰਦਾ ਉਹ ਕਮੈਂਟ ਡਿਲੀਟ ਕਰ ਦਿੰਦਾ, ਪਰ ਉਹ ਜਿਹੜੇ ਬੰਦੇ ਨੇ ਪਹਿਲਾਂ ਪੜ੍ਹਿਆ ਹੋ ਸਕਦਾ ਉਹਨੇ ਉਹਦਾ ਇੱਕ ਸਕਰੀਨਸ਼ਾਟ ਖਿੱਚ ਲਿਆ ਹੋਵੇ, ਕੀ ਉਹਦੇ ਤੇ ਵੀ ਕੇਸ ਹੋ ਸਕਦਾ? ਬਿਲਕੁਲ ਹਾਂ, ਇਹ ਵੀ ਉਸ ਦੇ ਵਿੱਚ ਫਾਲ ਕਰਦਾ ਹੈਗਾ। ਇਹਦੇ ਵਿੱਚ ਇਹ ਹੈ ਕਿ ਦੇਖੋ ਜਦੋਂ ਅਸੀਂ ਕੋਈ ਪੋਸਟ ਕਰਦੇ ਹਾਂ ਉਹਨੂੰ 15 ਸੈਕਿੰਡ ਜਾਂ 20 ਸੈਕਿੰਡ ਲੱਗਦੇ ਆ ਪੋਸਟ ਹੋਣ ਤੇ। ਅਗਰ ਉਹ ਪੋਸਟ ਕਰਨ ਦੇ ਦੌਰਾਨ ਉਹ ਪਬਲਿਸ਼ ਹੋਣ ਤੋਂ ਬਾਅਦ ਅਗਰ ਉਹ ਡਿਲੀਟ ਕਰ ਦਿੰਦਾ ਤਾਂ ਕੋਈ ਉਸ ਤੇ ਕੋਈ ਐਕਸ਼ਨ ਨਹੀਂ ਹੈ। ਠੀਕ ਹੈ। ਪਰ ਜੇ ਅਗਰ ਐਕਸ਼ਨ ਉਦੋਂ ਹੈ ਜਦੋਂ ਕੁਝ ਲੋਕ ਕਹਿੰਦੇ ਆ ਕਿ ਇਹਨੇ ਕੀਤਾ ਸੀ ਔਰ ਮੈਂ ਇਹਦਾ ਸਕਰੀਨਸ਼ਾਟ ਲੈ ਲਿਆ ਤੇ ਸਾਨੂੰ ਤਾਂ ਬਹੁਤ ਬੁਰਾ ਲੱਗਿਆ ਕਿ ਯਾਰ ਤੇਰੇ ਬਾਰੇ ਇਸਨੇ ਇਸ ਤਰ੍ਹਾਂ ਬੋਲਤਾ ਹੈਗਾ, ਤਾਂ ਉਹ ਫਿਰ ਇਹਦੇ ਵਿੱਚ ਫਾਲ ਕਰੇਗਾ। ਕਈ ਵਾਰੀ ਬੰਦਾ ਨਾ ਕੋਈ ਵੀਡੀਓ ਪਾ ਦਿੰਦੇ ਆ, ਪਰ ਉਸ ਤੋਂ ਬਾਅਦ ਕਮੈਂਟਬਾਜ਼ੀ ਬੜੀ ਹੋ ਜਾਂਦੀ ਹੈ, ਤੇ ਫਿਰ ਆਪਾਂ ਕਈ ਵਾਰੀ ਦੇਖਦੇ ਹਾਂ ਵੀ ਇਹ ਜਿਹੜਾ ਵੀਡੀਓ ਹੈ ਹੁਣ ਇੱਥੇ ਅਵੇਲੇਬਲ ਨਹੀਂ ਹੈ, ਉਹ ਵੀ ਡਿਲੀਟ ਹੋ ਜਾਂਦਾ। ਉਹਦੇ 'ਚ ਵੀ ਕੀ ਸਾਈਬਰ ਡੈਫਾਮੇਸ਼ਨ ਲੱਗ ਸਕਦਾ? ਬਿਲਕੁਲ ਸਰ, ਬਿਲਕੁਲ ਲੱਗ ਸਕਦਾ ਹੈ। ਉਹਦੇ 'ਚ ਵੀ ਅਗਰ ਕਿਸੇ ਨੇ ਉਹਦਾ ਕੋਈ ਕੰਟੈਂਟ ਡਾਊਨਲੋਡ ਕਰ ਲਿਆ ਹੈ ਜਾਂ ਉਹਦਾ ਸਕਰੀਨਸ਼ਾਟ ਲੈ ਲਿਆ ਹੈ, ਸੇਮ ਪੋਜੀਸ਼ਨ ਹੈ ਪਿਛਲੇ ਸਵਾਲ ਵਾਲੀ, ਤਾਂ ਉਹ ਅਗਰ ਕੁਝ ਲੋਕ ਉਹਦੇ ਨਾਲ ਕੋਈ ਭਾਵੁਕ ਹੋਏ ਕਿ ਹਾਂਜੀ ਇਹ ਤਾਂ ਬਹੁਤ ਗਲਤ ਕੀਤਾ ਹੈ, ਉਹਨੂੰ ਡਿਫੇਮ ਕੀਤਾ ਹੈਗਾ, ਤਾਂ ਉਹ ਸਾਈਬਰ ਡੈਫਾਮੇਸ਼ਨ ਦੇ ਵਿੱਚ ਅੰਡਰ ਆਏਗਾ। ਅੱਛਾ, ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਜ਼ਰੂਰੀ, ਜੋ ਸਾਈਬਰ ਡੈਫਾਮੇਸ਼ਨ ਹੈ ਇਹ ਪਰਸਨ ਟੂ ਪਰਸਨ ਵੇਰੀ ਕਰਦੀ ਹੈਗੀ। ਉਹ ਕਿਸ ਤਰ੍ਹਾਂ? ਮਤਲਬ ਜੋ ਕੋਈ ਪਰਸਨ ਹੈ, ਇੱਕ ਪਰਸਨ ਨੇ A ਨੇ B ਦੀ ਡਿਫੇਮ ਕਰਤਾ ਹੈਗਾ ਤਾਂ ਉਹ ਕਰ ਸਕਦਾ ਹੈਗਾ। ਠੀਕ ਹੈ ਜੀ। ਹੁਣ ਇੱਕ ਸਵਾਲ ਆਉਂਦਾ ਕਿ ਕੋਈ ਗਰੁੱਪ ਕਿਸੇ ਸਰਟਨ ਗਰੁੱਪ ਨੂੰ ਕਿਹਾ ਕੁਝ ਤਾਂ ਇੱਕ ਜਨਰਲ ਗੱਲ ਕਹੀ ਹੈ ਕਿ ਸਵਾਲ ਆਉਂਦਾ ਕਿਸੇ ਗਰੁੱਪ ਜਾਂ ਕਿਸੇ ਕਮਿਊਨਿਟੀ ਵਾਈਜ਼ ਕਿਸੇ ਨੂੰ ਕੁਝ ਕਿਹਾ ਹੈਗਾ ਕਿ ਉਹ ਵੀ ਵਿੱਚੇ ਕਰ ਸਕਦਾ ਹੈਗਾ। ਦੇਖੋ ਅਗਰ ਕੋਈ ਜਨਰਲ ਗੱਲ ਕਹੀ ਹੈ ਤਾਂ ਉਹ ਵਿੱਚੇ ਫਾਲ ਨਹੀਂ ਕਰਦਾ ਹੈਗਾ, ਪਰ ਅਗਰ ਕੋਈ ਪਾਰਟਿਕੂਲਰ ਕਿਸੇ ਸਪੈਸੀਫਿਕ ਪਰਸਨ ਦੇ ਬਾਰੇ ਗੱਲ ਕਹੀ ਹੈਗੀ ਤਾਂ ਉਹ ਉਹਦੇ 'ਚ ਫਾਲ ਕਰਦਾ ਹੈ ਤੇ ਉਹਨੂੰ ਡੈਫਾਮੇਸ਼ਨ ਦਾ ਕੇਸ ਸਿਵਲ ਐਜ਼ ਵੈਲ ਐਜ਼ ਕ੍ਰਿਮੀਨਲ ਲਗਾ ਸਕਦਾ ਹੈ। ਹਾਂਜੀ, ਪਿਛਲੇ ਦਿਨੀ ਮੇਰੇ ਵੀ ਧਿਆਨ ਦੇ ਵਿੱਚ ਇੱਕ ਕੇਸ ਆਇਆ ਸੀਗਾ ਕਿ ਮਿੱਤਰਾਂ ਨੇ ਆਪਸ ਦੇ ਵਿੱਚ ਜਿਹੜਾ WhatsApp ਗਰੁੱਪ ਦੇ ਵਿੱਚ ਚੈਟ ਕੀਤੀ ਤਾਂ ਥੋੜ੍ਹਾ ਬਹੁਤਾ ਤਲਖੀਬਾਜ਼ੀ ਹੋ ਜਾਂਦੀ ਹੈ, ਤਾਂ ਉਹ ਤਲਖੀਬਾਜ਼ੀ ਦੇ ਵਿੱਚ ਇੱਕ ਦੂਸਰੇ ਨੂੰ ਕੋਈ ਮੰਦੇ ਸ਼ਬਦ ਕਹੇ ਤੇ ਇੱਕ ਬੰਦੇ ਨੇ ਉਹ ਜਿਹੜੀ ਹੈ ਉਹ ਡਿਲੀਟ ਕਰਤੀ, ਦੂਸਰੇ ਬੰਦੇ ਨੇ ਉਹਦੇ ਤੇ ਡੈਫਾਮੇਸ਼ਨ ਦਾ ਕੇਸ ਪਾਤਾ। ਕੀ ਪਾ ਸਕਦਾ? ਬਿਲਕੁਲ ਸਰ, ਜੋ ਵੀ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਹੈ, ਜਿਸ ਤਰ੍ਹਾਂ ਆਪਾਂ ਨੂੰ ਮੋਰ ਪਾਵਰ ਮਿਲੀ ਹੈ ਜੀ ਸੋਸ਼ਲ ਮੀਡੀਆ ਜਾਂ ਡਿਜੀਟਲ ਪਲੇਟਫਾਰਮ ਦੇ ਨਾਲ, ਕੋਈ ਵੀ ਗੱਲ ਕਿਸੇ ਵੀ 1 ਮਿੰਟ ਦੇ ਵਿੱਚ ਪਹੁੰਚਾ ਸਕਦੇ ਆ, ਤਾਂ ਉਹਦੇ ਨਾਲ ਰਿਸਪੌਂਸਿਬਿਲਿਟੀ ਵੀ ਕਾਫੀ ਵਧੀ ਹੈਗੀ। ਮੋਰ ਪਾਵਰ ਮੋਰ ਰਿਸਪੌਂਸਿਬਿਲਿਟੀ, ਸਪਾਈਡਰਮੈਨ ਮੂਵੀ ਦੇ ਵਿੱਚ ਉਹ ਕਹਿੰਦਾ ਹੈਗਾ ਮੋਰ ਪਾਵਰ ਮੋਰ ਰਿਸਪੌਂਸਿਬਿਲਿਟੀ, ਤਾਂ ਉਹ ਬਿਲਕੁਲ ਇਸ ਸੈਕਟਰ ਤੇ ਵੀ ਲਾਗੂ ਹੁੰਦੀ ਹੈ। ਅਗਰ ਆਪਾਂ ਨੂੰ ਲੋਕਾਂ ਨੂੰ ਡਿਜੀਟਲ ਪਲੇਟਫਾਰਮ ਦੀ ਬਹੁਤ ਜ਼ਿਆਦਾ ਪਾਵਰ ਮਿਲੀ ਹੈ ਤਾਂ ਉਹਦੇ ਨਾਲ ਰਿਸਪੌਂਸਿਬਿਲਿਟੀ ਵੀ ਕਾਫੀ ਜ਼ਿਆਦਾ ਮਿਲੀ ਹੈ ਕਿ ਕੋਈ ਵੀ ਪਰਸਨ ਹੈ ਕੋਈ ਬਹੁਤ ਸੋਚ ਸਮਝ ਕੇ ਉਹਨੂੰ ਲਾਈਕ ਸ਼ੇਅਰ ਜਾਂ ਕਮੈਂਟ ਕਰੇ। ਇੱਕ ਨਾ ਇਹ ਤੁਹਾਡੀ ਗੱਲ ਠੀਕ ਹੈ, ਪਰ ਕੀ ਹੈ ਅੱਜ ਕੱਲ੍ਹ ਦੇਖ ਰਹੇ ਹਾਂ YouTube ਦੇ ਉੱਤੇ, Facebook ਦੇ ਉੱਤੇ, ਹਰ ਜਗ੍ਹਾ ਤੇ ਚੈਨਲਸ ਬਹੁਤ ਹੋ ਗਏ ਨੇ। ਬਿਲਕੁਲ, ਚੈਨਲ ਬਹੁਤ ਹੋ ਗਏ ਨੇ, ਕੁਝ ਫੇਕ ਨਿਊਜ਼ ਵੀ ਜਿਹੜੀਆਂ ਆ ਜਾਂਦੀਆਂ ਨੇ ਬਾਅਦ ਦੇ ਵਿੱਚ, ਉਹ ਕਹਿੰਦੇ ਨਹੀਂ ਜੀ ਬਿਲਕੁਲ ਹੀ ਫੇਕ, ਫਿਰ ਕਾਟਾ ਲੱਗ ਗਿਆ ਆ ਜਾਂਦਾ ਵੀ ਇਹ ਤਾਂ ਜੀ ਫੇਕ ਨਿਊਜ਼ ਸੀਗੀ। ਜਿਹੜੇ ਲੋਕ ਉਹ ਫੇਕ ਨਿਊਜ਼ ਬਣਾ ਕੇ ਪਾਉਂਦੇ ਨੇ ਉਹਨਾਂ ਤੇ ਵੀ ਡੈਫਾਮੇਸ਼ਨ। ਬਹੁਤ ਅੱਛਾ ਸਵਾਲ ਹੈ ਇਹ, ਮੀਡੀਆ ਤੇ ਹੀ ਤੁਸੀਂ ਸਵਾਲ ਪੁੱਛਿਆ ਡਾਇਰੈਕਟ। ਜੀ ਬਿਲਕੁਲ।
ਇਸੇ 'ਚ ਇਹ ਹੈ ਕਿ ਦੇਖੋ ਕਿਸੇ ਵੀ ਟਰਾਇਲ ਨੂੰ ਜਾਂ ਕੋਈ ਵੀ ਕੇਸ ਹੈ ਜਾਂ ਕੋਈ ਐਪਲੀਕੇਸ਼ਨ ਹੈ ਜਾਂ ਟਰਾਇਲ ਹੈ, ਆਪਾਂ ਬੇਸਿਕਲੀ ਟਰਾਇਲ ਦੀ ਗੱਲ ਹੀ ਕਰਾਂਗੇ ਜੀ, ਤਾਂ ਉਸ ਨੂੰ ਕਿਸੇ ਵੀ ਮੀਡੀਆ ਪਰਸਨ ਨੂੰ ਵੀ ਮੀਡੀਆ ਟਰਾਇਲ ਨਹੀਂ ਬਣਾਉਣਾ ਚਾਹੀਦਾ। ਉਸ ਤੇ ਕੋਈ ਵੀ ਆਪਣਾ ਵਰਡਿਕਟ ਪਾਸ ਨਹੀਂ ਕਰਨਾ ਚਾਹੀਦਾ। ਉਹ ਕੋਈ ਵੀ ਉਸ ਦੇ ਮੈਰਿਟ ਦੇ ਅਗੇਂਸਟ ਨਹੀਂ ਬੋਲਣਾ ਚਾਹੀਦਾ, ਕਿਉਂਕਿ ਹਾਂ ਮੀਡੀਆ ਦਾ ਕੰਮ ਕੀ ਹੈ ਕਿ ਤੁਸੀਂ ਆਪਣੇ ਇੱਕ ਜਜਮੈਂਟ ਆਈ ਹੈ ਉਹਨੂੰ ਦੱਸ ਸਕਦੇ ਹੋ ਕਿ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਹੋਇਆ, ਪਰ ਮੀਡੀਆ ਕੋਲ ਐਸਾ ਕੋਈ ਰਾਈਟ ਨਹੀਂ ਹੈ ਕਿ ਆਪਣਾ ਵਰਡਿਕਟ ਪਾਸ ਕਰੇ ਕਿ ਇਸ ਦੇ ਵਿੱਚ ਐਵੇਂ ਹੋਏਗਾ। ਤਾਂ ਮੇਰੀ ਜੋ ਲੋਕ ਇਹਨਾਂ ਸਫਲ ਹੈਗੇ ਜਾਂ ਕਰੀਬ ਹੈਗੇ ਉਹ ਉਸ ਨੂੰ ਵੀ ਇਹਦੇ ਚੋਂ ਫਾਲ ਕਰ ਸਕਦੇ। ਅੱਛਾ ਚਲੋ ਇਹ ਤਾਂ ਹੋ ਗਿਆ ਵੀ ਆਪਾਂ ਇੱਕ ਪਰਸਨ ਨੇ ਓਰੀਜਨਲ ਆਈਡੀ ਤੋਂ ਆਪਣੀ ਤੋਂ ਉਹ ਕਿਸੇ ਤੇ ਕਮੈਂਟ ਕਰਤਾ, ਉਹਦੇ ਤੇ ਡੈਫਾਮੇਸ਼ਨ ਦਾ ਕੇਸ ਹੋ ਗਿਆ। ਅਮੂਮਨ ਅਸੀਂ ਦੇਖਦੇ ਹਾਂ ਕਈ ਜਿਹੜੇ ਜਦੋਂ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਕਮੈਂਟਬਾਜ਼ੀ ਕਰਨੀ ਹੁੰਦੀ, ਉਹਨਾਂ ਨੇ ਫੇਕ ਆਈਡੀਜ਼ ਬਣਾਈਆਂ ਹੁੰਦੀਆਂ। ਕਈ ਵਾਰੀ ਜੇ ਅਸੀਂ ਇਹ ਦੇਖੀਏ ਵੀ ਫੇਸਬੁੱਕ ਤੇ ਆਪਾਂ ਇੱਕ ਗੈਸ ਲਾਉਂਦੇ ਹਾਂ ਵੀ 2 ਲੱਖ ਆਈਡੀ ਹੈ ਸਪੋਜ਼, ਤਾਂ ਉਹਦੇ ਚੋਂ ਮੈਨੂੰ ਲੱਗਦਾ 1 ਲੱਖ ਆਈਡੀ ਤਾਂ ਜਿਹੜੀ ਫੇਕ ਹੋਏਗੀ ਉਹ ਵੀ ਕੁੜੀਆਂ ਦੇ ਨਾਂ ਤੇ। ਬਿਲਕੁਲ ਠੀਕ ਹੈ। ਉਹ ਫੇਕ ਆਈਡੀਜ਼ ਤੋਂ ਉਹ ਜਦੋਂ ਕਮੈਂਟ ਕਰਦੇ ਨੇ ਫਿਰ ਉਸ ਫੇਕ ਆਈਡੀ ਦਾ ਕਿਵੇਂ ਲੱਭਿਆ ਜਾਵੇ ਤੇ ਕਿਵੇਂ ਉਹਦੇ ਤੇ ਕੇਸ ਹੁੰਦਾ ਡੈਫਾਮੇਸ਼ਨ ਦਾ? ਦੇਖੋ ਕਾਫੀ ਇਸ ਦਾ ਜਵਾਬ ਇਹ ਹੈ ਕਿ ਜੋ ਫੇਕ ਆਈਡੀ ਹੈ ਜੀ, ਪਹਿਲੀ ਗੱਲ ਤਾਂ ਉਹ ਇਹਦੇ ਚੋਂ ਫਾਲ ਕਰਦਾ ਹੈ ਆਪਣੇ ਇੰਡੀਅਨ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਥੱਲੇ। ਉਹ ਜੋ ਆਪਣੇ ਇੱਕ ਨੈਸ਼ਨਲ ਸਾਈਬਰ ਸੈੱਲ ਬਣਿਆ ਹੋਇਆ ਹੈ, ਉਹਨਾਂ ਦੀ ਈਮੇਲ ਆਈਡੀ ਹੈ, ਤੁਸੀਂ ਉਸ ਤੇ ਕੰਪਲੇਂਟ ਕਰੋ। ਪਰ ਤੁਸੀਂ ਇਹ ਗੱਲ ਹਮੇਸ਼ਾ ਧਿਆਨ ਰੱਖਣੀ ਹੈ ਜਦੋਂ ਵੀ ਤੁਸੀਂ ਕੋਈ ਸਾਈਬਰ ਲਾ ਦੀ ਕੰਪਲੇਂਟ ਕਰ ਰਹੇ ਹੋ ਜਾਂ ਤੁਸੀਂ ਉਹਦੇ ਨਾਲ ਕੋਈ ਹਰਾਸ ਹੋਏ ਹੋ ਜਾਂ ਕੁਝ ਵੀ ਹੋ, ਤੁਸੀਂ ਆਪ ਬਿਲਕੁਲ ਸੱਚੇ ਹੋ। ਕਿਉਂਕਿ ਅਗਰ ਤੁਸੀਂ ਕੋਈ ਗਲਤ ਇਨਫੋਰਮੇਸ਼ਨ ਸਿਰਫ ਕਿਸੇ ਨੂੰ ਉਲਝਾਉਣ ਦੇ ਲਈ ਕੋਈ ਕੰਪਲੇਂਟ ਫਾਈਲ ਕਰਦੇ ਹੋ ਤਾਂ ਉਹਦੇ 'ਚ ਤੁਸੀਂ ਖੁਦ ਵੀ ਉਲਝ ਸਕਦੇ ਹੋ। ਇਹ ਜਿਹੜਾ ਸਾਈਬਰ ਡੈਫਾਮੇਸ਼ਨ ਹੈ ਕਿੰਨੇ ਪ੍ਰਕਾਰ ਦਾ ਹੁੰਦਾ? ਦੇਖੋ ਆਪਣੀ ਪਹਿਲੇ ਵੀ ਗੱਲ ਹੋਈ ਹੈ ਕਿ ਇਹ 2 ਤਰ੍ਹਾਂ ਦਾ ਹੈ, ਇੱਕ ਲਾਈਬਲ ਔਰ ਇੱਕ ਸਲੈਂਡਰ। ਲਾਈਬਲ ਮਤਲਬ ਲਿਖਤੀ, ਸਲੈਂਡਰ ਮਤਲਬ ਓਰਲੀ। ਤੇ ਜੋ ਆਪਾਂ ਜੋ ਸਾਈਬਰ ਲਾ ਦੀ ਗੱਲ ਕਰਾਂਗੇ ਤਾਂ ਇਹਦੇ 'ਚ ਲਾਈਬਲ ਫਾਲ ਕਰਦਾ ਹੈ, ਕੋਈ ਬੰਦਾ ਲਿਖ ਕੇ ਕਿਸੇ ਬੰਦੇ ਦੀ ਕਿਸੇ ਪਰਸਨ ਦੀ ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਜੀ, ਤਾਂ ਇਹ ਉਹਦੇ 'ਚ ਫਾਲ ਕਰਦਾ ਹੈ। ਅੱਛਾ ਇਹ ਵੀ ਹੁੰਦਾ ਕਿ ਬੰਦੇ ਨੇ ਡੈਫਾਮੇਸ਼ਨ ਦਾ ਕੇਸ ਪਾਤਾ ਵੀ ਇਹਨੇ ਜੀ ਮੇਰੀ ਮਾਨਹਾਨੀ ਕੀਤੀ ਹੈ, ਉਹਦੇ ਤੇ ਉਸ ਕੇਸ ਨੂੰ ਕਿੰਨਾ ਕੁ ਉਹਨੂੰ ਉਹਦਾ ਮੁਆਵਜ਼ਾ ਜਿਹੜਾ ਉਹ ਮਿਲ ਸਕਦਾ? ਇਸ ਦਾ ਜਵਾਬ ਇਹ ਹੈ ਜੀ, ਇਹ ਹਰ ਇੱਕ ਪਰਸਨ ਟੂ ਪਰਸਨ ਵੇਰੀ ਕਰਦਾ ਹੈ। ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਕੇਸ ਹੈ, ਡੈਫਾਮੇਸ਼ਨ ਦੇ ਕੇਸ ਹੈ ਜਾਂ ਕੁਝ ਜਾਂ ਇਨ ਫਿਊਚਰ ਸਾਈਬਰ ਡੈਫਾਮੇਸ਼ਨ ਦੇ ਕੇਸ ਆਣਗੇ, ਇਹ ਸਾਰੇ ਪੋਲੀਟੀਕਲ ਪਾਰਟੀਜ਼ ਔਰ ਬੜੇ ਬਿਗ ਪਰਸਨ ਦੇ ਕੇਸ ਹੈਗੇ। ਓਕੇ, ਕਿਉਂਕਿ ਜੋ ਕੋਈ ਬੰਦਾ ਕੁਝ ਅਚੀਵ ਕਰ ਲੈਂਦਾ ਹੈ, ਵੈਸੇ ਤਾਂ ਹਰੇਕ ਦੀ ਰੈਪੂਟੇਸ਼ਨ ਹੈ ਹਰੇਕ ਪਰਸਨ ਦੀ, ਪਰ ਜਦੋਂ ਕੋਈ ਵੀ ਪਰਸਨ ਹੈ ਕੁਝ ਅਚੀਵ ਕਰ ਲੈਂਦਾ ਹੈ ਤਾਂ ਉਹ ਫੀਲ ਕਰਦਾ ਕਿ ਯਾਰ ਇਹਨੇ ਮੇਰੇ ਬਾਰੇ ਗਲਤ ਕਿਹਾ ਹੈ ਤਾਂ ਮੇਰੀ ਰੈਪੂਟੇਸ਼ਨ ਨੂੰ ਹਰਟ ਕੀਤਾ ਹੈਗਾ, ਤਾਂ ਮੈਨੂੰ ਇਸ ਤੇ ਇਹ ਐਕਸ਼ਨ ਲੈਣਾ ਚਾਹੀਦਾ ਹੈਗਾ। ਦੇਖੋ ਇਸ ਵਿੱਚ ਕੀ ਹੁੰਦਾ ਕਿ ਅਮੂਮਨ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੇ ਹਰੇਕ ਕਈ ਕੇਸ ਹੁੰਦੇ ਜਿਨ੍ਹਾਂ ਦੇ ਵਿੱਚ ਵਾਰੰਟ ਜਿਹੜਾ ਉਹ ਜਾਰੀ ਹੁੰਦੇ ਆ, ਇਸ ਕੇਸ ਦੇ ਵਿੱਚ ਸਾਈਬਰ ਜਿਹੜਾ ਡੈਫਾਮੇਸ਼ਨ ਦਾ ਕੇਸ ਹੈ ਇਹਦੇ 'ਚ ਵੀ ਵਾਰੰਟ ਜਾਰੀ ਹੁੰਦੇ ਨੇ ਕਿ ਇਹ ਕਿਸ ਤਰੀਕੇ ਨਾਲ ਹੁੰਦਾ? ਦੇਖੋ ਇਹਦੇ 'ਚ ਸਮਨ ਜਾਂਦੇ ਆ ਪਹਿਲੇ, ਪਰ ਅਗਰ ਉਹ ਸਮਨ ਦੀ ਤਮੀਲ ਤੋਂ ਬਾਅਦ ਨਹੀਂ ਪੇਸ਼ ਹੁੰਦਾ ਤਾਂ ਇਹਦੇ 'ਚ ਵਾਰੰਟ ਜਾਣਗੇ, ਚਾਹੇ ਕੇਸ ਅਵੇਲੇਬਲ ਹੈ ਫਿਰ ਵੀ ਜਾਣਗੇ। ਅੱਛਾ ਇਹ ਸਾਰੇ ਜਿੰਨੇ ਵੀ ਕੇਸ ਤੁਸੀਂ ਦੱਸਿਆ ਵੀ ਅਵੇਲੇਬਲ ਹੁੰਦੇ ਨੇ? ਨਹੀਂ ਸਾਈਬਰ ਸਾਈਬਰ ਡੈਫਾਮੇਸ਼ਨ ਦਾ ਜਿਹੜਾ ਇਹਦੇ 'ਚ ਜਿੰਨੇ ਵੀ ਜੋ ਕਿਸੇ ਨੇ ਕੋਈ ਮਾੜਾ ਕਮੈਂਟ ਕਰਤਾ, ਮਾੜਾ ਇਮੋਜੀ ਪਾਤਾ, ਕਮੈਂਟ ਕਰਕੇ ਡਿਲੀਟ ਕਰਤਾ, ਮਤਲਬ ਕੁੱਲ ਮਿਲਾ ਕੇ ਗੱਲ ਇਹ ਹੈ ਜੀ ਵੀ ਵਕੀਲ ਸਾਹਿਬ ਦਾ ਇਹ ਕਹਿਣਾ ਵੀ ਠੀਕ ਹੈ ਅਸੀਂ ਨੈੱਟ ਯੂਜ਼ ਕਰਦੇ ਹਾਂ, ਭਾਵੇਂ ਉਹ ਟਵਿੱਟਰ ਹੈ, ਭਾਵੇਂ ਫੇਸਬੁੱਕ ਹੈ, ਵਟਸਐਪ ਹੈ, ਇੰਸਟਾਗ੍ਰਾਮ, ਜਿੰਨੇ ਵੀ ਇਹ ਸੋਸ਼ਲ ਪਲੇਟਫਾਰਮ ਨੇ, ਇਹਨਾਂ ਦੇ ਉੱਤੇ ਅਸੀਂ ਬੜਾ ਸੋਚ ਸਮਝ ਕੇ ਅਸੀਂ ਕਮੈਂਟਬਾਜ਼ੀ ਕਰੀਏ। ਅਸੀਂ ਕਈ ਵਾਰੀ ਕੀ ਹੁੰਦਾ, ਕੁਝ ਲੋਕ ਹੁੰਦੇ ਨੇ ਸ਼ਾਮ ਨੂੰ ਇੱਕ ਅੱਧਾ ਪੈਗ ਲੱਗਿਆ ਹੁੰਦਾ ਤੇ ਜੱਚ ਜਾਂਦੀ ਹੈ ਤੇ ਫਿਰ ਕਮੈਂਟਾਂ ਤੇ ਕਮੈਂਟ ਕਰਦੇ ਰਹਿੰਦੇ ਨੇ। ਉਦੋਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੜੇ ਕਮੈਂਟ ਕਰ ਰਹੇ ਹਾਂ, ਤੇ ਉਹਨਾਂ ਨੂੰ ਇੱਦਾਂ ਦੇ ਕਮੈਂਟ ਹੈ ਜਿਹੜੇ ਉਹ ਨਹੀਂ ਕਰਨੇ ਚਾਹੀਦੇ। ਪਰ ਫਿਰ ਵੀ ਵਕੀਲ ਸਾਹਿਬ ਕਾਫੀ ਕੁਝ ਮੈਂ ਤੁਹਾਡੇ ਤੋਂ ਗਿਆਨ ਲਿਆ, ਕੋਈ ਹੋਰ ਇਸ ਤਰ੍ਹਾਂ ਦੀ ਜਿਹੜੀ ਗੱਲ ਹੋਵੇ ਜਿਹੜੀ ਸਾਈਬਰ ਡੈਫਾਮੇਸ਼ਨ ਦੇ ਨਾਲ ਰਿਲੇਟਡ ਹੋਵੇ ਤੇ ਮੈਂ ਤੁਹਾਨੂੰ ਸਵਾਲ ਨਾ ਪੁੱਛ ਸਕਿਆ ਹਾਂ, ਪਰ ਤੁਸੀਂ ਇਹ ਸੋਚਦੇ ਹੋ ਕਿ ਦਰਸ਼ਕਾਂ ਨੂੰ ਇਹ ਦੱਸਣੀ ਬਹੁਤ ਜ਼ਰੂਰੀ ਹੈ? ਦੇਖੋ ਆਪਾਂ ਇਹਦੇ ਟਵਿੱਟਰ ਦੀ ਗੱਲ ਕਰਾਂਗੇ ਹੁਣ। ਦੇਖੋ ਟਵਿੱਟਰ ਦੇ ਵਿੱਚ ਲੋਕ ਉਹਨੂੰ ਰੀਟਵੀਟ ਕਰਦੇ ਹੈਗੇ। ਹਾਂ ਬਿਲਕੁਲ, ਉਹਦੇ 'ਚ ਰੀਟਵੀਟ ਵਿਦ ਕਮੈਂਟ ਦਾ ਆਪਸ਼ਨ ਵੀ ਹੈ ਜੀ, ਲਾਈਕ ਦਾ ਆਪਸ਼ਨ ਵੀ ਹੈ। ਦੇਖੋ ਅਗਰ ਤੁਸੀਂ ਰੀਟਵੀਟ ਕਰ ਰਹੇ ਹੋ, ਹਲੇ ਲਾ ਨਹੀਂ ਹੈ, ਪਰ ਇਨ ਫਿਊਚਰ ਜਦੋਂ ਤੁਸੀਂ ਰੀਟਵੀਟ ਕਰ ਰਹੇ ਹੋ, ਕਿਸੇ ਨੇ ਕਿਸੇ ਪਰਸਨ ਦੀ ਡਿਫੇਮ ਕੀਤਾ ਹੈ ਜਾਂ ਕਿਸੇ ਦੀ ਇਮੇਜ ਨੂੰ ਟਾਰਨਿਸ਼ ਕੀਤਾ ਹੈਗਾ, ਤਾਂ ਫਿਰ ਉਹ ਇਨ ਫਿਊਚਰ ਉਹ ਵੀ ਇੱਕ ਆਫੈਂਸ ਬਣ ਜਾਏਗਾ ਕਿ ਬਈ ਤੁਸੀਂ ਉਹਨੂੰ ਰੀਟਵੀਟ ਕੀਤਾ, ਮਤਲਬ ਤੁਸੀਂ ਉਹਨੂੰ ਇੰਡੋਰਸ ਕਰਤੀ ਹੈ ਗੱਲ, ਕਿਉਂਕਿ ਤੁਸੀਂ ਉਹਨੂੰ ਰੀਟਵੀਟ ਕਰਤਾ ਹੈਗਾ, ਤਾਂ ਇਹ ਵੀ ਇਹਦੇ 'ਚ ਫਾਲ ਕਰੇਗਾ ਸਾਈਬਰ ਡੈਫਾਮੇਸ਼ਨ। ਇਹ ਵੀ ਇਹਦੇ 'ਚ ਫਾਲ ਕਰੇਗਾ। ਹਾਂ ਉਹੀ
ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਪਰਸਨ ਨੇ ਟਵੀਟ ਕੀਤਾ ਮੇਨ, ਜੀ ਉਸ ਨੂੰ ਤਾਂ ਕੋਈ ਐਕਸ਼ਨ ਨਹੀਂ ਹੋਇਆ ਉਸ ਤੇ, ਪਰ ਜਿਸ ਨੂੰ ਉਹਨੇ ਰੀਟਵੀਟ ਕੀਤਾ ਉਸ ਤੇ ਐਕਸ਼ਨ ਹੋ ਗਿਆ ਸਾਈਬਰ ਡੈਫਾਮੇਸ਼ਨ ਦਾ, ਜਾਂ ਕੋਈ ਵੀ ਉਸ ਤੇ ਐਕਸ਼ਨ ਹੋ ਗਿਆ ਜਿਸ ਨੇ ਰੀਟਵੀਟ ਕੀਤਾ। ਤਾਂ ਤੁਸੀਂ ਕੋਈ ਵੀ, ਮੇਰੇ ਵੀਵਰਸ ਨੂੰ ਵਾਰ-ਵਾਰ ਇਹੀ ਬੇਨਤੀ ਹੈ ਕਿ ਕੋਈ ਵੀ ਤੁਸੀਂ ਸ਼ੇਅਰ ਕਰਨਾ ਹੈ, ਲਾਈਕ ਕਰਨਾ ਹੈ ਜਾਂ ਕਮੈਂਟ ਕਰਨਾ ਹੈ ਤਾਂ ਇਹ ਬਹੁਤ ਸੋਚ ਸਮਝਣ ਕੇ ਕਰਨ ਵਾਲੀ ਚੀਜ਼ ਹੈ। ਕੁਛ ਇਸ ਤਰ੍ਹਾਂ ਨਹੀਂ ਜੋ ਮਨ ਦੇ ਵਿੱਚ ਆਇਆ ਆਪਾਂ ਉਵੇਂ ਕਰ ਲਈ। ਇੱਕ ਦੇਖੋ ਕਾਫੀ ਗੱਲਾਂ ਜਿਹੜੀਆਂ ਨੇ ਇਹ ਹੁਣ ਸਮਝ ਦੇ ਵਿੱਚ ਆਈਆਂ ਕਿ ਇਹ ਜੇ ਅਸੀਂ ਫੇਸਬੁੱਕ ਚਲਾਉਂਦੇ ਹਾਂ, ਇਹ ਟਾਈਮ ਪਾਸ ਕਰਦੇ ਹਾਂ ਅਸੀਂ ਲੋਕ, ਉਹਦੇ ਵਿੱਚੋਂ ਕਾਫੀ ਕੁਝ ਜਿਹੜਾ ਸਿੱਖਣ ਨੂੰ ਹੁੰਦਾ। ਅਤੇ ਕਈ ਵਾਰੀ ਅਸੀਂ ਫੇਸਬੁੱਕ 'ਤੇ ਟਵਿੱਟਰ 'ਤੇ ਜਿਸ ਤਰ੍ਹਾਂ ਵਕੀਲ ਸਾਹਿਬ ਨੇ ਗੱਲ ਕੀਤੀ ਵੀ ਅਸੀਂ ਉਹਦੇ 'ਤੇ ਲੜ ਪੈਂਦੇ ਹਾਂ, ਇੱਕ ਦੂਸਰੇ ਨੂੰ ਗਾਲੀ ਗਲੋਚ ਵੀ ਹੋ ਜਾਂਦੇ ਹਾਂ, ਕਿਸੇ ਦੀ ਮਾਂ ਭੈਣ 'ਤੇ ਜਿਹੜੇ ਗਲਤ ਅਲਫਾਜ਼ ਆ ਜਿਹੜੇ ਅਸੀਂ ਉਹ ਯੂਜ਼ ਕਰਦੇ ਹਾਂ, ਕਦੀ ਅਸੀਂ ਕਿਸੇ ਦੇ ਧਰਮ ਦੇ ਬਾਰੇ ਜਿਹੜਾ ਉਹ ਮਾੜਾ ਬੋਲ ਜਾਂਦੇ ਹਾਂ। ਪਰ ਅਸੀਂ ਲੋਕ ਸਮਝਦੇ ਫਿਰ ਵੀ ਨਹੀਂ ਵਕੀਲ ਸਾਹਿਬ। ਪਰ ਅੱਜ ਮੈਨੂੰ ਇਹ ਲੱਗਦਾ ਕਿ ਇਹ ਸਾਰੀਆਂ ਗੱਲਾਂ ਜਿਹੜੇ ਇਹ ਲੋਕ ਸੁਣਦੇ ਹੋਣਗੇ, ਸ਼ਾਇਦ ਜਿਨ੍ਹਾਂ ਦੇ ਕੰਨਾਂ 'ਚ ਦੇ ਵਿੱਚ ਇਹ ਗੱਲਾਂ ਪਈਆਂ ਹੋਣਗੀਆਂ ਜੋ ਸਾਡੇ ਵਕੀਲ ਸਾਹਿਬ ਅਨੇਜਾ ਸਾਹਿਬ ਨੇ ਦੱਸੀਆਂ ਨੇ। ਬਠਿੰਡਾ ਦੇ ਵਿੱਚ ਅਨੇਜਾ ਸਾਹਿਬ ਕਾਫੀ ਸਮੇਂ ਤੋਂ ਕੰਮ ਕਰਦੇ ਆ ਰਹੇ ਅਤੇ ਮੈਨੂੰ ਇਹ ਸੀਗਾ ਕਿ ਇਹਨਾਂ ਤੋਂ ਇਸ ਗੱਲ ਦੀ ਆਪਾਂ ਨੌਲੇਜ ਲਈਏ। ਸਾਡੇ ਸਟੂਡੀਓ ਦੇ ਵਿੱਚ ਅੱਜ ਅਮਿਤ ਕੁਮਾਰ ਅਨੇਜਾ ਜੀ ਹੈ, ਜਿਨ੍ਹਾਂ ਤੋਂ ਆਪਾਂ ਸਾਈਬਰ ਡੈਫਾਮੇਸ਼ਨ ਬਾਰੇ ਜਿਹੜੀ ਹੈ ਉਹ ਜਾਣਕਾਰੀ ਲਈ। ਕੋਸ਼ਿਸ਼ ਕਰਾਂਗੇ, ਹੋਰ ਬਥੇਰੀਆਂ ਗੱਲਾਂ ਨੇ ਜਿਨ੍ਹਾਂ 'ਤੇ ਆਪਾਂ ਇਹਨਾਂ ਨਾਲ ਹੋਰ ਚਰਚਾ ਕਰਨੀ ਹੈ। ਅਗਲੇ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ। ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਵੀ ਆਪਣੀ ਸੇਵਾਵਾਂ ਹਮੇਸ਼ਾ ਦਿੰਦੇ ਰਵਾਂਗੇ ਤਾਂ ਕਿ ਲੋਕ ਵੱਧ ਤੋਂ ਵੱਧ ਸਾਈਬਰ ਲਾ ਜਾਂ ਕਿਸੇ ਹੋਰ ਲਾ ਪ੍ਰਤੀ ਜਾਗਰੂਕ ਹੋ ਸਕਣ। ਧੰਨਵਾਦ। ਔਰ ਸਾਡੇ ਸਟੂਡੀਓ ਦੇ ਵਿੱਚ ਆਏ ਸੀ ਐਡਵੋਕੇਟ ਅਮਿਤ ਅਨੇਜਾ ਜੀ। ਇਹਨਾਂ ਤੋਂ ਕਾਫੀ ਜਾਣਕਾਰੀ ਲਈ। ਅਗਲੀ ਐਪੀਸੋਡ ਤੱਕ ਦਿਓ ਇਜਾਜ਼ਤ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।